ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ ਤੇ। ਹਾਜ਼ਰ ਹਾਂ ਜੀ ਨਵੀਂ ਕਹਾਣੀ ਇੱਕ ਸਮਝਦਾਰ ਮਾਂ ਦੇ ਨਾਲ। ਉਮੀਦ ਹੈ ਇਸ ਕਹਾਣੀ ਨੂੰ ਤੁਸੀਂ ਪੂਰਾ ਸੁਣ ਕੇ ਕਮੈਂਟ ਕਰਕੇ ਜ਼ਰੂਰ ਦੱਸੋਗੇ ਕਿ ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ। ਤਾਂ ਸ਼ੁਰੂ ਕਰਦੇ ਹਾਂ ਜੀ। ਸ਼ਰਨ ਨੇ ਆਪਣੀ ਮੰਮੀ ਨੂੰ ਫੋਨ ਕੀਤਾ ਤੇ ਕਹਿੰਦੀ, ਮੰਮੀ ਅੱਜ ਫਿਰ ਉਸਨੇ ਮੈਨੂੰ ਕੁੱਟਿਆ, ਮੇਰੇ ਤੇ ਹੱਥ ਚੁੱਕਿਆ। ਮੈਂ ਥੱਕ ਗਈ ਹਾਂ, ਹੁਣ ਮੈਂ ਹੋਰ ਨਹੀਂ ਸਹਿ ਸਕਦੀ। ਰਣਦੀਪ ਮੇਰੀ ਛੋਟੀ ਜਿਹੀ ਗਲਤੀ ਤੇ ਸਾਰੇ ਪਰਿਵਾਰ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰ ਦਿੰਦਾ ਹੈ। ਮੈਂ ਵੀ ਇਨਸਾਨ ਹਾਂ, ਮੇਰੀ ਇਸ ਘਰ ਵਿੱਚ ਕੋਈ ਔਕਾਤ ਨਹੀਂ ਹੈ। ਸ਼ਰਨ ਰੋ ਪਈ ਗੱਲ ਕਰਦੀ ਕਰਦੀ। ਤਾਂ ਉਸਦੀ ਮੰਮੀ ਕਹਿੰਦੀ, ਸ਼ਰਨ ਤੂੰ ਰੋ ਨਾ, ਤੂੰ ਇੱਥੇ ਆ ਜਾ। ਬਹੁਤ ਵੇਖਿਆ ਇਹੋ ਜਿਹੇ, ਤੂੰ ਪੜ੍ਹੀ ਲਿਖੀ ਹੈ, ਤੈਨੂੰ ਕਿਸੇ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਜੇ ਤੂੰ 4 ਦਿਨ ਇੱਥੇ ਰਹੇਂਗੀ ਤਾਂ ਇਹਨਾਂ ਦੀ ਅਕਲ ਟਿਕਾਣੇ ਆ ਜਾਏਗੀ। ਜੇ ਫਿਰ ਵੀ ਨਾ ਸੁਧਰੇ ਤਾਂ ਕੋਈ ਗੱਲ ਨਹੀਂ, ਤਲਾਕ ਲੈ ਲਵਾਂਗੇ। ਬਹੁਤ ਸਹਿ ਲਿਆ ਤੂੰ, ਹੁਣ ਹੋਰ ਨਹੀਂ। ਸ਼ਰਨ ਦੀ ਮੰਮੀ ਸ਼ਰਨ ਨੂੰ ਹੌਸਲਾ ਦੇ ਰਹੀ ਸੀ ਤੇ ਸ਼ਰਨ ਹਟਕੋਰੇ ਲੈ ਲੈ ਕੇ ਰੋ ਰਹੀ ਸੀ। ਫਿਰ ਸ਼ਰਨ ਆਪਣੇ ਕੱਪੜੇ ਬੈਗ ਵਿੱਚ ਪਾਉਣ ਲੱਗੀ ਤਾਂ ਸ਼ਰਨ ਨੂੰ ਕੱਪੜੇ ਬੈਗ ਵਿੱਚ ਪਾਉਂਦੇ ਹੋਏ ਵੇਖ ਕੇ ਰਣਦੀਪ ਕਹਿੰਦਾ, ਕਿੱਥੇ ਚੱਲੀ ਹੈ? ਸ਼ਰਨ ਕਹਿੰਦੀ, ਤੈਨੂੰ ਕੀ ਲੱਗੇ, ਤੂੰ ਕਦੀ ਮੈਨੂੰ ਦੱਸਿਆ ਹੈ ਕਿ ਤੂੰ ਕਦੋਂ ਤੇ ਕਿੱਥੇ ਜਾਂਦਾ ਹੈ? ਸਾਰਿਆਂ ਦੇ ਸਾਹਮਣੇ ਤੂੰ ਮੇਰੀ ਬੇਇੱਜ਼ਤੀ ਕਰ ਦਿੰਦਾ ਹੈ। ਮੈਂ ਤੇਰੀ ਘਰ ਵਾਲੀ ਹਾਂ, ਕੋਈ ਨੌਕਰ ਨਹੀਂ। ਹੁਣ ਰਣਦੀਪ ਮੈਂ ਇੱਥੇ 1 ਮਿੰਟ ਵੀ ਨਹੀਂ ਰਹਾਂਗੀ। ਸ਼ਰਨ ਉਹ ਤੇਰਾ ਪਰਿਵਾਰ ਹੈ। ਮੈਂ ਤੈਨੂੰ ਤੇਰੀ ਗਲਤੀ ਕਰਕੇ ਮਾਰਿਆ ਸੀ। ਜੇ ਤੂੰ ਪਾਪਾ ਨਾਲ ਬਹਿਸ ਨਾ ਕੀਤੀ ਹੁੰਦੀ ਤਾਂ ਮੈਨੂੰ ਗੁੱਸਾ ਨਾ ਆਉਂਦਾ। ਤੂੰ ਮੈਨੂੰ ਜਾਣ ਬੁੱਝ ਕੇ ਉਕਸਾ ਰਹੀ ਸੀ। ਰਣਦੀਪ ਕਿੰਨਾ ਚਿਰ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਸ਼ਰਨ ਨੇ ਤਾਂ ਜਿਵੇਂ ਸਹੁੰ ਖਾ ਲਈ ਸੀ ਕਿ ਹੁਣ ਮੈਂ ਇੱਥੇ ਨਹੀਂ ਰਹਾਂਗੀ। ਉਸਨੇ ਕੱਪੜੇ ਬੈਗ ਵਿੱਚ ਪਾਏ ਤੇ ਘਰੋਂ ਚਲੀ ਗਈ। ਰਣਦੀਪ ਉਸ ਨੂੰ ਜਾਂਦੇ ਹੋਏ ਖੜਾ ਕਿੰਨਾ ਚਿਰ ਵੇਖਦਾ ਰਿਹਾ। ਗੁੱਸੇ ਨੇ ਸ਼ਰਨ ਦੀ ਸੋਚਣ ਸਮਝਣ ਦੀ ਸ਼ਕਤੀ ਹੀ ਖਤਮ ਕਰ ਦਿੱਤੀ ਸੀ। ਸਿਰਫ ਆਪਣੀ ਮੰਮੀ ਦੇ ਕਹੇ ਹੋਏ ਸ਼ਬਦ ਹੀ ਉਸ ਦੇ ਕੰਨਾਂ ਵਿੱਚ ਗੂੰਜ ਰਹੇ ਸੀ। ਤੂੰ ਇੱਥੇ ਆ ਜਾ, ਤੂੰ ਬਹੁਤ ਸਹਿ ਲਿਆ। ਸ਼ਰਨ ਦੇ ਵਿਆਹ ਨੂੰ 2 ਸਾਲ ਹੋ ਗਏ ਸੀ। ਰਣਦੀਪ ਆਪਣੇ ਮਾਪਿਓ ਦਾ ਇਕੱਲਾ ਪੁੱਤ ਸੀ ਤੇ ਇੱਕ ਭੈਣ ਸੀ। ਉਸ ਦਾ ਵਿਆਹ ਹੋਇਆ ਸੀ। ਸ਼ਰਨ ਵੀ 3 ਭਰਾਵਾਂ ਦੀ ਇਕੱਲੀ ਭੈਣ ਸੀ ਤੇ ਬਹੁਤ ਜ਼ਿਆਦਾ ਲਾਡਲੀ ਸੀ। ਸ਼ੁਰੂ ਵਿੱਚ ਜਦੋਂ ਉਸ ਦਾ ਵਿਆਹ ਹੋਇਆ ਤਾਂ ਸਹੁਰਿਆਂ ਤੇ ਸਾਰੇ ਉਸ ਨੂੰ ਬਹੁਤ ਪਿਆਰ ਕਰਦੇ ਸੀ, ਪਰ ਸ਼ਰਨ ਸੀ ਕਿ ਉਹ ਸਿਰਫ ਰਣਦੀਪ ਨੂੰ ਹੀ ਆਪਣਾ ਸਮਝਦੀ ਸੀ। ਬਾਕੀ ਪਰਿਵਾਰ ਦੇ ਜੀਆਂ ਨਾਲ ਉਸ ਨੂੰ ਕੋਈ ਮਤਲਬ ਨਹੀਂ ਸੀ। ਰਣਦੀਪ ਸ਼ਰਨ ਨੂੰ ਜਿੰਨਾ ਵੀ ਸਮਝਾਉਣ ਦੀ ਕੋਸ਼ਿਸ਼ ਕਰਦਾ, ਪਰ ਉਹ ਉਸ ਦਾ ਗਲਤ ਮਤਲਬ ਹੀ ਕੱਢਦੀ ਤੇ ਫਿਰ ਉਹ 2 ਦੀਆਂ 4 ਗੱਲਾਂ ਬਣਾ ਕੇ ਫੋਨ ਤੇ ਆਪਣੀ ਮੰਮੀ ਨੂੰ ਦੱਸਦੀ ਤੇ ਉਸਦੀ ਮੰਮੀ ਵੀ ਅੱਗੋਂ ਮੂੰਹ ਤੋੜ ਜਵਾਬ ਦੇਣ ਦੀ ਸਲਾਹ ਦਿੰਦੀ। ਇਸ ਦਾ ਇਹ ਅਸਰ ਹੋਇਆ ਕਿ ਸ਼ਰਨ ਆਪਣੇ ਆਪ ਨੂੰ ਕਦੀ ਉਸ ਪਰਿਵਾਰ ਨਾਲ ਜੋੜ ਹੀ ਨਹੀਂ ਸਕੀ। ਉਸ ਨੂੰ ਘਰ ਦੇ ਸਾਰੇ ਜੀਅ ਦੁਸ਼ਮਣ ਲੱਗਦੇ ਤੇ ਹੌਲੀ-ਹੌਲੀ ਸ਼ਰਨ ਦੇ ਲੜਨ ਕਰਕੇ ਉਸ ਦੀ ਸੱਸ ਤੇ ਸਹੁਰੇ ਨੇ ਚੁੱਪ ਰਹਿਣ ਵਿੱਚ ਹੀ ਸਮਝਦਾਰੀ ਸਮਝੀ। ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਕਿ ਸ਼ਰਨ ਨਾਲ ਘੱਟ ਹੀ ਗੱਲ ਕਰਨ। ਜਦੋਂ ਅੱਜ ਸ਼ਰਨ ਕਿਤੇ ਇਕੱਲੀ ਜਾ ਰਹੀ ਸੀ ਤਾਂ ਉਸਦੇ ਸਹੁਰੇ ਨੇ ਉਸ ਨੂੰ ਜਾਣ ਤੋਂ ਮਨਾ ਕੀਤਾ ਤੇ ਉਸਨੇ ਕਿਹਾ ਕਿ ਬੇਟਾ, ਨੂੰਹਾਂ ਧੀਆਂ ਘਰ ਦੀ ਇੱਜ਼ਤ ਹੁੰਦੀਆਂ ਨੇ, ਉਹ ਇਕੱਲੀਆਂ ਇਸ ਤਰ੍ਹਾਂ ਨਹੀਂ ਜਾਂਦੀਆਂ। ਤੂੰ ਰਣਦੀਪ ਨੂੰ ਆ ਲੈਣ ਦੇ, ਉਸਦੇ ਨਾਲ ਚਲੀ ਜਾਈਂ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ ਕਿ ਸ਼ਰਨ ਦੇ ਮੂੰਹ ਵਿੱਚ ਜੋ ਵੀ ਆਇਆ ਉਸਨੇ ਬੋਲਣਾ ਸ਼ੁਰੂ ਕਰ ਦਿੱਤਾ ਤੇ ਕਹਿੰਦੀ ਕਿ ਪਾਪਾ, ਤੁਸੀਂ ਮੈਨੂੰ ਜਾਣ ਤੋਂ ਇਸ ਲਈ ਮਨਾ ਕਰ ਰਹੇ ਹੋ ਕਿ ਮੈਂ ਕੁਝ ਗਲਤ ਕਰਨ ਚੱਲੀ ਹਾਂ। ਕੀ ਮੈਂ ਦੁੱਧ ਪੀਂਦੀ ਬੱਚੀ ਹਾਂ ਜਿਹੜਾ ਹਰ ਵਕਤ ਰਣਦੀਪ ਨਾਲ ਹੀ ਜਾਵਾਂ? ਤੁਹਾਨੂੰ ਮੇਰੀ ਪਰਸਨਲ ਲਾਈਫ ਵਿੱਚ ਇੰਟਰਫੇਅਰ ਕਰਨ ਦੀ ਕੋਈ ਜ਼ਰੂਰਤ ਨਹੀਂ। ਫਿਰ ਜਦੋਂ ਰਣਦੀਪ ਘਰ ਆਇਆ ਤਾਂ ਉਸਨੇ ਵਧਾ ਚੜ੍ਹਾ ਕੇ ਉਸ ਨੂੰ ਦੱਸਿਆ, ਪਰ ਰਣਦੀਪ ਸ਼ਰਨ ਦੀਆਂ ਇਹਨਾਂ ਹਰਕਤਾਂ ਤੋਂ ਪੂਰੀ ਤਰ੍ਹਾਂ ਜਾਣੂ ਸੀ ਤੇ ਉਸਨੇ ਅੱਗੋਂ ਸ਼ਰਨ ਨੂੰ ਕਿਹਾ ਕਿ ਤੂੰ ਪਾਪਾ ਨਾਲ ਤਮੀਜ਼ ਨਾਲ ਗੱਲ ਕਰਿਆ ਕਰ। ਪਰ ਇਹ ਸ਼ਰਨ ਨੂੰ ਰਣਦੀਪ ਦੀ ਗੱਲ ਚੰਗੀ ਨਾ ਲੱਗੀ। ਉਹ ਭੜਕ ਉੱਠੀ ਤੇ ਉਹ ਆਪਣੇ ਸਹੁਰੇ ਨੂੰ ਊਟ ਪਟਾਂਗ ਬੋਲਣ ਲੱਗ ਗਈ। ਇਸ ਗੱਲ ਤੇ ਰਣਦੀਪ ਨੇ ਸ਼ਰਨ ਦੇ ਮੂੰਹ ਤੇ ਥੱਪੜ ਮਾਰ ਦਿੱਤਾ। ਰਣਦੀਪ ਦੇ ਲੱਖ ਸਮਝਾਉਣ ਤੇ ਵੀ ਉਹ ਨਾ ਮੰਨੀ ਤੇ ਉਹ ਘਰ ਛੱਡ ਕੇ ਚਲੀ ਗਈ। ਮਾਂ-ਪਿਓ ਦੇ ਪਿਆਰ ਨੇ ਉਸ ਨੂੰ ਬਹੁਤ ਜਿੱਦੀ ਬਣਾਇਆ ਹੋਇਆ ਸੀ। ਉਹ ਬਹੁਤ ਖੁਸ਼ ਸੀ ਕਿ ਚਲੋ ਸਹੁਰਿਆਂ ਤੋਂ ਤਾਂ ਖਹਿੜਾ ਛੁੱਟ ਗਿਆ। ਰਣਦੀਪ ਨੇ ਉਸ ਨੂੰ ਰਸਤੇ ਵਿੱਚ 2-3 ਵਾਰ ਫੋਨ ਕੀਤਾ, ਪਰ ਉਸ ਨੇ ਉਸ ਦਾ ਫੋਨ ਰਿਜੈਕਟ ਕਰ ਦਿੱਤਾ ਤੇ ਇੱਧਰ ਸ਼ਰਨ ਇਹ ਵੀ ਸੋਚ ਰਹੀ ਸੀ ਕਿ ਉਸਦੀ ਮੰਮੀ ਨੇ ਫੋਨ ਕਿਉਂ ਨਹੀਂ ਕੀਤਾ ਜਦੋਂ ਕਿ ਉਹ ਜਾਣਦੀ ਸੀ ਕਿ ਮੈਂ ਆ ਰਹੀ ਹਾਂ।
ਜਿਵੇਂ ਜਿਵੇਂ ਗੁੱਸਾ ਠੰਡਾ ਹੁੰਦਾ ਗਿਆ, ਉਸ ਨੂੰ ਰਣਦੀਪ ਦੀ ਯਾਦ ਵੀ ਆ ਰਹੀ ਸੀ। ਪਰ ਉਹ ਇਹ ਵੀ ਸੋਚਦੀ ਸੀ ਕਿ ਹੁਣ ਉਹ ਵਾਪਸ ਨਹੀਂ ਜਾਏਗੀ। ਸੋਚਦੀ ਸੋਚਦੀ ਉਹ ਆਪਣੇ ਪੇਕਿਆਂ ਦੇ ਪਿੰਡ ਪਹੁੰਚ ਗਈ। ਉਸ ਦੇ ਘਰ ਤੋਂ ਬੱਸ ਸਟੈਂਡ ਕੁਝ ਦੂਰੀ ਤੇ ਸੀ ਤੇ ਅੱਜ ਉਸ ਨੂੰ ਬੱਸ ਸਟੈਂਡ ਤੋਂ ਲੈਣ ਕੋਈ ਨਾ ਆਇਆ। ਇਹ ਉਸ ਲਈ ਬਹੁਤ ਹੈਰਾਨੀ ਦੀ ਗੱਲ ਸੀ। ਫਿਰ ਬੱਸ ਸਟੈਂਡ ਤੋਂ ਘਰ ਤੱਕ ਜਾਣ ਲਈ ਉਸਨੇ ਰਿਕਸ਼ਾ ਲੈ ਲਿਆ ਤੇ ਆਪਣੇ ਘਰ ਪਹੁੰਚ ਗਈ। ਜਦੋਂ ਘਰ ਪਹੁੰਚ ਕੇ ਉਸਨੇ ਦੇਖਿਆ ਤਾਂ ਗੇਟ ਬੰਦ ਸੀ। ਬੰਦ ਗੇਟ ਦੇਖ ਕੇ ਉਹ ਹੋਰ ਵੀ ਹੈਰਾਨ ਹੋ ਗਈ। ਉਹ ਸੋਚਾਂ ਵਿੱਚ ਪੈ ਗਈ ਕਿ ਕੋਈ ਗੱਲ ਤਾਂ ਨਹੀਂ ਹੋ ਗਈ। ਘਰ ਵਿੱਚ ਇੰਨੀ ਚੁੱਪ ਹੈ। ਸੋਚਦੀ ਹੋਈ ਘਰ ਵੜ ਗਈ। ਪਹਿਲਾਂ ਜਦੋਂ ਵੀ ਜਾਂਦੀ ਸੀ ਤਾਂ ਤਿੰਨਾਂ ਵਿੱਚੋਂ ਕੋਈ ਨਾ ਕੋਈ ਭਰਾ ਉਸ ਨੂੰ ਬੱਸ ਸਟੈਂਡ ਤੋਂ ਲੈਣ ਜ਼ਰੂਰ ਆਉਂਦਾ। ਪਰ ਉਹ ਸੋਚਦੀ ਸੀ ਕਿ ਅੱਜ ਕੀ ਗੱਲ ਹੈ, ਘਰ ਦੇ ਦਰਵਾਜ਼ੇ ਵੀ ਬੰਦ ਸੀ। ਇਹ ਦੇਖ ਕੇ ਸ਼ਰਨ ਦਾ ਦਿਲ ਤੇਜ਼ ਧੜਕਣ ਲੱਗ ਗਿਆ। ਜਦੋਂ ਉਹ ਅੰਦਰ ਗਈ ਤਾਂ ਘਰ ਦਾ ਮਾਹੌਲ ਵੀ ਉਸ ਨੂੰ ਕੁਝ ਠੀਕ ਨਾ ਲੱਗਿਆ। ਦੋਨਾਂ ਛੋਟੀਆਂ ਭਾਬੀਆਂ ਨੇ ਉਸ ਨੂੰ ਵੇਖ ਕੇ ਝੂਠਾ ਜਿਹਾ ਹਾਸਾ ਹੱਸਿਆ ਤੇ ਆਪਣੇ ਆਪਣੇ ਕਮਰਿਆਂ ਵਿੱਚ ਚਲੀਆਂ ਗਈਆਂ। ਵੱਡੀ ਭਾਬੀ ਨੇ ਉਸ ਦੇ ਹੱਥ ਵਿੱਚੋਂ ਬੈਗ ਫੜਿਆ ਤੇ ਬੈਠਣ ਲਈ ਕਿਹਾ। ਇਹ ਦੇਖ ਕੇ ਸ਼ਰਨ ਕਹਿੰਦੀ, ਭਾਬੀ ਗੱਲ ਕੀ ਹੈ? ਸਾਰਿਆਂ ਨੂੰ ਕੀ ਹੋਇਆ ਹੈ? ਪਹਿਲਾਂ ਤਾਂ ਤੁਸੀਂ ਸਾਰੇ ਵਿਹੜੇ ਵਿੱਚ ਬੈਠ ਕੇ ਹੱਸਦੇ ਖੇਡਦੇ ਸੀ ਤੇ ਅੱਜ ਦੋਨੇ ਭਾਬੀਆਂ ਮੈਨੂੰ ਦੇਖ ਕੇ ਮਿਲਣ ਵੀ ਨਹੀਂ ਆਈਆਂ। ਇੱਥੋਂ ਤੱਕ ਕਿ ਮੈਨੂੰ ਬੱਸ ਸਟੈਂਡ ਤੋਂ ਲੈਣ ਵੀ ਕੋਈ ਨਹੀਂ ਆਇਆ। ਕੋਈ ਗੱਲ ਨਹੀਂ ਸ਼ਰਨ, ਤੂੰ ਥੱਕ ਕੇ ਆਈ ਹੈ। ਜਾ ਮੰਮੀ ਪਾਪਾ ਨੂੰ ਮਿਲ ਲੈ, ਤੈਨੂੰ ਉਡੀਕ ਰਹੇ ਸੀ। ਬਾਅਦ ਵਿੱਚ ਗੱਲਾਂ ਕਰਾਂਗੇ। ਵੱਡੀ ਭਾਬੀ ਸ਼ਰਨ ਤੋਂ ਉਮਰ ਵਿੱਚ ਬਹੁਤ ਵੱਡੀ ਸੀ। ਉਹ ਸ਼ਰਨ ਨੂੰ ਮਾਂ ਦੀ ਤਰ੍ਹਾਂ ਹੀ ਪਿਆਰ ਕਰਦੀ ਸੀ ਤੇ ਸ਼ਰਨ ਆਪਣੀ ਭਾਬੀ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਕਿ ਕੋਈ ਵੀ ਇਹੋ ਜਿਹੀ ਗੱਲ ਹੋਵੇ ਤਾਂ ਉਹ ਮੈਨੂੰ ਨਹੀਂ ਦੱਸੇਗੀ। ਕੁਝ ਟਾਈਮ ਵਿੱਚ ਹੀ ਉਸ ਨੂੰ ਪਤਾ ਲੱਗ ਗਿਆ ਕਿ ਸਾਡੇ ਘਰੇ ਵੀ ਰਿਸ਼ਤਿਆਂ ਵਿੱਚ ਦਰਾੜ ਆ ਗਈ ਹੈ। ਇਸ ਦਾ ਸਬੂਤ ਇਹ ਸੀ ਕਿ ਘਰ ਵਿੱਚ 2 ਚੁੱਲ੍ਹੇ ਬਣ ਗਏ ਸੀ। ਉਸ ਨੂੰ ਲੱਗ ਰਿਹਾ ਸੀ ਕਿ ਇਹੀ ਗੱਲ ਹੈ ਜੋ ਵੱਡੀ ਭਾਬੀ ਮੈਨੂੰ ਦੱਸਣਾ ਨਹੀਂ ਚਾਹੁੰਦੀ। ਫਿਰ ਉਹ ਆਪਣੀ ਮੰਮੀ ਪਾਪਾ ਕੋਲ ਗਈ। ਉਹਨਾਂ ਦੇ ਕਮਰੇ ਵਿੱਚ ਗਈ ਤਾਂ ਉਸ ਨੂੰ ਇੱਕ ਹੋਰ ਹੈਰਾਨੀ ਹੋਈ। ਜਦੋਂ ਵੱਡੀ ਭਾਬੀ ਨੇ ਉਸ ਨੂੰ ਇਸ਼ਾਰਾ ਕਰਕੇ ਕਿਹਾ ਕਿ ਉੱਪਰ ਚਲੀ ਜਾ ਤਾਂ ਅੱਗੋਂ ਸ਼ਰਨ ਕਹਿੰਦੀ, ਭਾਬੀ ਮੰਮੀ ਪਾਪਾ ਦਾ ਕਮਰਾ ਤਾਂ ਹੇਠਾਂ ਸੀ। ਤਾਂ ਅੱਗੋਂ ਭਾਬੀ ਕਹਿੰਦੀ, ਨਹੀਂ ਸ਼ਰਨ, ਹੁਣ ਮੰਮੀ ਪਾਪਾ ਮੇਰੇ ਨਾਲ ਉੱਪਰ ਰਹਿੰਦੇ ਨੇ। ਤੂੰ ਚੱਲ, ਮੈਂ ਚਾਹ ਬਣਾ ਕੇ ਲਿਆਉਂਦੀ ਹਾਂ। ਉਸ ਦੇ ਦਿਮਾਗ ਵਿੱਚ ਬਹੁਤ ਸਵਾਲ ਘੁੰਮ ਰਹੇ ਸੀ ਕਿ ਕਿੰਨਾ ਕੁਝ ਹੋ ਗਿਆ ਪਰ ਮੰਮੀ ਨੇ ਮੈਨੂੰ ਕੁਝ ਵੀ ਨਹੀਂ ਦੱਸਿਆ। ਤੇ ਉਹ ਸੋਚ ਰਹੀ ਸੀ ਕਿ ਇੱਕ ਮੈਂ ਹੀ ਹਾਂ ਜੋ ਆਪਣੀਆਂ ਸਾਰੀਆਂ ਘਰ ਦੀਆਂ ਗੱਲਾਂ ਮੰਮੀ ਨੂੰ ਦੱਸਦੀ ਹਾਂ। ਤੇ ਕਹਿੰਦੀ, ਮੈਂ ਜਾ ਕੇ ਮੰਮੀ ਨੂੰ ਪੁੱਛਦੀ ਹਾਂ। ਉੱਪਰ ਜਾ ਕੇ ਆਪਣੀ ਮੰਮੀ ਦੇ ਗੱਲ ਲੱਗ ਗਈ। ਸ਼ਰਨ ਅਜੇ ਆਪਣੀ ਮਾਂ ਨੂੰ ਕੁਝ ਪੁੱਛਦੀ ਜਾਂ ਕਹਿੰਦੀ ਉਸ ਤੋਂ ਪਹਿਲਾਂ ਹੀ ਉਸਦੀ ਮੰਮੀ ਨੇ ਸ਼ਰਨ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇ ਕਹਿੰਦੀ ਕਿ ਤੇਰੇ ਪਾਪਾ ਦੀ ਸਿਹਤ ਠੀਕ ਨਹੀਂ ਹੈ, ਅਜੇ ਹੁਣੇ ਹੀ ਸੁੱਤੇ ਨੇ, ਆਪਾਂ ਬਾਅਦ ਵਿੱਚ ਗੱਲਾਂ ਕਰਾਂਗੀਆਂ। ਹੁਣ ਤਾਂ ਤੂੰ ਇੱਥੇ ਹੀ ਰਹਿਣਾ ਹੈ। ਤਾਂ ਦਿਲ ਦੀ ਗੱਲ ਦਿਲ ਵਿੱਚ ਹੀ ਰਹਿ ਗਈ। ਭਾਬੀ ਨੇ ਸ਼ਰਨ ਦਾ ਮੰਜਾ ਉਸ ਦੀ ਭਤੀਜੀ ਕੋਲ ਢਾ ਦਿੱਤਾ ਤੇ ਸਾਰੇ ਦਿਨ ਦੀ ਪਰੇਸ਼ਾਨੀ ਤੇ ਥਕਾਵਟ ਕਰਕੇ ਕਦੋਂ ਨੀਂਦ ਆ ਗਈ ਉਸ ਨੂੰ ਪਤਾ ਹੀ ਨਾ ਲੱਗਾ। ਜਦੋਂ ਦਿਨ ਚੜ੍ਹਿਆ ਤਾਂ ਉੱਚੀ ਉੱਚੀ ਰੌਲਾ ਪੈਣ ਲੱਗ ਗਿਆ ਤਾਂ ਸ਼ਰਨ ਦੀ ਨੀਂਦ ਖੁੱਲ੍ਹ ਗਈ। ਉਸ ਦਾ ਵੱਡਾ ਭਰਾ ਰੌਲਾ ਪਾ ਰਿਹਾ ਸੀ ਤੇ ਛੋਟੇ ਨੂੰ ਕਹਿ ਰਿਹਾ ਸੀ ਗੱਡੀ ਪਾਸੇ ਕਰਨ ਲਈ। ਛੋਟਾ ਭਰਾ ਬੋਲਦਾ ਉਸ ਤੋਂ ਪਹਿਲਾਂ ਹੀ ਭਾਬੀ ਨੇ ਉਸ ਨੂੰ ਖਰੀਆਂ ਖੋਟੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਸ਼ਰਨ ਖੜੀ ਉਹਨਾਂ ਵੱਲ ਦੇਖਦੀ ਹੀ ਰਹਿ ਗਈ ਤੇ ਸੋਚ ਰਹੀ ਸੀ ਇਹ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਨ ਤੇ ਕਹਿ ਰਹੀ ਸੀ ਕਿ ਰਿਸ਼ਤਿਆਂ ਦੀ ਵੀ ਕੋਈ ਮਰਿਆਦਾ ਹੁੰਦੀ ਹੈ ਤੇ ਕਹਿੰਦੀ ਉਹ ਉਸ ਦਾ ਜੇਠ ਹੈ। ਇਹਦੀ ਹਿੰਮਤ ਕਿਵੇਂ ਹੋਈ ਉਸ ਨੂੰ ਇਸ ਤਰ੍ਹਾਂ ਬੋਲਣ ਦੀ। ਮੈਂ ਭਾਬੀ ਨਾਲ ਜਾ ਕੇ ਹੁਣੇ ਗੱਲ ਕਰਦੀ ਹਾਂ। ਗੁੱਸੇ ਨਾਲ ਉਹ ਭਾਬੀ ਕੋਲ ਚੱਲੀ ਸੀ ਤਾਂ ਸ਼ਰਨ ਦੀ ਮੰਮੀ ਨੇ ਸ਼ਰਨ ਨੂੰ ਰੋਕ ਲਿਆ ਤੇ ਕਹਿੰਦੀ, ਸ਼ਰਨ ਇਹ ਉਹਨਾਂ ਦਾ ਮਸਲਾ ਹੈ, ਤੈਨੂੰ ਵਿੱਚ ਪੈਣ ਦੀ ਜ਼ਰੂਰਤ ਨਹੀਂ। ਅੱਗੋਂ ਸ਼ਰਨ ਕਹਿੰਦੀ, ਪਰ ਮੰਮੀ ਮਰਿਆਦਾ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ ਕਿ ਨਹੀਂ? ਉਸ ਦੀ ਮੰਮੀ ਸ਼ਰਨ ਵੱਲ ਵੇਖ ਕੇ ਕਹਿੰਦੀ, ਅੱਛਾ। ਸ਼ਰਨ ਨੇ ਆਪਣੀ ਮੰਮੀ ਦੇ ਮੂੰਹ ਵੱਲ ਵੇਖਿਆ ਤਾਂ ਉਹ ਸ਼ਰਮ ਨਾਲ ਪਾਣੀ ਪਾਣੀ ਹੋ ਗਈ, ਆਪਣੇ ਕਮਰੇ ਵਿੱਚ ਚਲੀ ਗਈ। ਅੱਜ ਉਸ ਨੂੰ ਪਹਿਲੇ ਦਿਨ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸਾਰਿਆਂ ਦੀਆਂ ਨਜ਼ਰਾਂ ਵਿੱਚ ਇੱਕ ਖਾਲੀਪਣ ਹੈ। ਉਹ ਹਮੇਸ਼ਾ ਜਦੋਂ ਵੀ ਜਾਂਦੀ ਸੀ ਤਾਂ ਉਸ ਦਾ ਇੱਕ ਆਪਣਾ ਕਮਰਾ ਹੁੰਦਾ ਸੀ ਤੇ ਹੁਣ ਉਹ ਕਮਰਾ ਵੀ ਉਸ ਦੇ ਭਰਾ ਦੇ ਹਿੱਸੇ ਚਲਾ ਗਿਆ ਸੀ
ਤੇ ਉਹ ਇੱਕ ਮਹਿਮਾਨ ਦੀ ਤਰ੍ਹਾਂ ਬਣ ਕੇ ਰਹਿ ਗਈ ਸੀ। ਉਸ ਦੀ ਮੰਮੀ ਤੇ ਭਾਬੀ 2 ਵਾਰ ਸ਼ਰਨ ਨੂੰ ਸਵੇਰ ਦੀਆਂ ਇਹ ਕਹਿ ਚੁੱਕੀਆਂ ਸੀ ਕਿ ਤੂੰ ਆਪਣੇ ਪਾਪਾ ਨਾਲ ਕੋਈ ਵੀ ਪਰੇਸ਼ਾਨੀ ਵਾਲੀ ਗੱਲ ਨਹੀਂ ਕਰਨੀ। ਕਿੱਥੇ ਉਸਨੇ ਇਹ ਸੋਚਿਆ ਸੀ ਕਿ ਜਦੋਂ ਉਹ ਘਰ ਜਾਏਗੀ ਤਾਂ ਤਿੰਨੇ ਭਰਾ ਉਸ ਨੂੰ ਹੱਥਾਂ 'ਤੇ ਚੁੱਕ ਲੈਣਗੇ, ਤੇ ਕਿੱਥੇ ਅੱਜ ਘਰ ਆ ਕੇ ਉਸ ਨੂੰ ਇਹ ਸਭ ਕੁਝ ਵੇਖਣ ਨੂੰ ਮਿਲਿਆ। ਵੱਡੇ ਭਰਾ ਨੇ ਵੀ ਉਸ ਨਾਲ ਚੱਜ ਨਾਲ ਗੱਲ ਨਾ ਕੀਤੀ, ਜਿਵੇਂ ਉਸ ਨੂੰ ਸ਼ਰਨ ਨਾਲ ਕੋਈ ਮਤਲਬ ਹੀ ਨਾ ਹੋਵੇ। ਜੋ ਸੋਚ ਕੇ ਉਹ ਘਰੋਂ ਤੁਰੀ ਸੀ, ਸਭ ਕੁਝ ਅੱਜ ਪਾਣੀ ਵਿੱਚ ਮਿਲ ਗਿਆ। ਸਾਰੇ ਆਪਣੀ ਜ਼ਿੰਦਗੀ ਵਿੱਚ ਵਿਅਸਤ ਸੀ। ਮਾਂ ਨਾਲ ਵੀ ਕਿੰਨੀਆਂ ਗੱਲਾਂ ਕਰਨੀਆਂ ਸੀ, ਪਰ ਉਹ ਵੀ ਕੁਝ ਸੁਣਨ ਨੂੰ ਤਿਆਰ ਨਹੀਂ ਸੀ। ਹੁਣ ਉਸ ਨੂੰ ਰਹਿ ਰਹਿ ਕੇ ਆਪਣੇ ਘਰ ਤੇ ਰਣਦੀਪ ਦੀ ਯਾਦ ਆਉਣ ਲੱਗੀ। ਉਸ ਨੇ ਆਪਣੀ ਮੰਮੀ ਨੂੰ ਪੁੱਛਿਆ ਕਿ ਅੰਕਲ ਦੇ ਘਰੇ ਕੀ ਪ੍ਰੋਗਰਾਮ ਹੈ। ਕੱਲ੍ਹ ਮੈਂ ਜਦੋਂ ਆਈ ਸੀ ਤਾਂ ਮੈਂ ਦੇਖਿਆ ਸੀ ਕਿ ਉਹਨਾਂ ਦੇ ਘਰ ਨੂੰ ਬਹੁਤ ਸਜਾਇਆ ਹੋਇਆ ਸੀ। ਤੇਰੇ ਅੰਕਲ ਦੇ ਮੁੰਡੇ ਦਾ ਵਿਆਹ ਹੈ ਤੇ ਮੇਰੇ ਤੋਂ ਤਾਂ ਨਹੀਂ ਜਾਇਆ ਜਾਏਗਾ। ਤੂੰ ਆਪਣੀ ਭਾਬੀ ਨਾਲ ਚਲੀ ਜਾਈਂ। ਤੇਰੀ ਭੂਆ ਵੀ ਹੁਣ ਆਖਰੀ ਸਾਹਾਂ 'ਤੇ ਪਈ ਹੈ। ਜੇ ਜਾਏਂਗੀ ਤਾਂ ਭੂਆ ਨੂੰ ਮਿਲ ਲਈਂ। ਪਤਾ ਨਹੀਂ ਕਿੰਨੇ ਕੁ ਦਿਨਾਂ ਦੀ ਪ੍ਰਾਹੁਣੀ ਹੈ। ਸ਼ਰਨ ਬਚਪਨ ਤੋਂ ਹੀ ਹੋਸਟਲ ਵਿੱਚ ਪੜ੍ਹੀ ਸੀ, ਪਰ ਜਦੋਂ ਛੁੱਟੀਆਂ ਵਿੱਚ ਘਰੇ ਆਉਂਦੀ ਤਾਂ ਆਪਣੇ ਅੰਕਲ ਘਰੇ ਜ਼ਰੂਰ ਜਾਂਦੀ। ਉਸ ਦਾ ਅੰਕਲ ਤੇ ਉਸ ਦੇ ਪਾਪਾ ਦੋਵੇਂ ਬਚਪਨ ਦੇ ਦੋਸਤ ਸੀ ਤੇ ਭੂਆ ਅੰਕਲ ਦੀ ਭੈਣ ਸੀ। ਜੋ ਵਿਆਹ ਤੋਂ ਕੁਝ ਟਾਈਮ ਬਾਅਦ ਹੀ ਆਪਣੇ ਘਰ ਵਾਲੇ ਤੋਂ ਅੱਡ ਪੇਕਿਆਂ 'ਤੇ ਰਹਿੰਦੀ ਸੀ। ਉਸ ਦੇ ਕੋਈ ਬੱਚਾ ਨਹੀਂ ਸੀ। ਸ਼ਰਨ ਦਾ ਭੂਆ ਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਸੀ। ਤੇ ਫਿਰ ਸ਼ਾਮ ਨੂੰ ਸ਼ਰਨ ਕਹਿੰਦੀ, ਮੰਮੀ ਵਿਆਹ ਤਾਂ ਕੱਲ੍ਹ ਨੂੰ ਹੈ, ਮੈਂ ਅੱਜ ਸ਼ਾਮ ਨੂੰ ਮਿਲ ਆਵਾਂ। ਵਿਆਹ ਵਿੱਚ ਤਾਂ ਪਤਾ ਨਹੀਂ ਭੂਆ ਨੂੰ ਮਿਲਣ ਦਾ ਟਾਈਮ ਲੱਗੇ ਜਾਂ ਨਾ। ਉਸ ਦੀ ਮੰਮੀ ਕਹਿੰਦੀ, ਠੀਕ ਹੈ ਸ਼ਰਨ, ਤੂੰ ਚਲੀ ਜਾ। ਜਦੋਂ ਸ਼ਰਨ ਆਪਣੇ ਅੰਕਲ ਘਰ ਗਈ, ਸਾਰੇ ਵਿਆਹ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਸੀ। ਆਪਣੇ ਅੰਕਲ ਤੇ ਸਾਰਿਆਂ ਨੂੰ ਮਿਲ ਕੇ ਉਹ ਵੱਡੀ ਭੂਆ ਨੂੰ ਮਿਲਣ ਲਈ ਉਸ ਦੇ ਕਮਰੇ ਵੱਲ ਗਈ, ਪਰ ਵੱਡੀ ਭੂਆ ਦੇ ਕਮਰੇ ਨੂੰ ਵੱਡਾ ਤਾਲਾ ਲੱਗਿਆ ਹੋਇਆ ਦੇਖ ਕੇ ਉਹ ਹੈਰਾਨ ਹੋ ਗਈ ਤੇ ਸੋਚਣ ਲੱਗੀ, ਭੂਆ ਦੇ ਕਮਰੇ ਨੂੰ ਤਾਲਾ ਕਿਉਂ ਲੱਗਿਆ ਹੈ। ਤਾਂ ਫਿਰ ਉਸਨੇ ਕੰਮ ਵਾਲੀ ਨੂੰ ਪੁੱਛਿਆ ਤਾਂ ਉਹ ਸ਼ਰਨ ਨੂੰ ਪਾਸੇ 'ਤੇ ਬਣੀ ਬੈਠਕ ਵਿੱਚ ਲੈ ਕੇ ਚਲੀ ਗਈ। ਜਦੋਂ ਉਸਨੇ ਭੂਆ ਨੂੰ ਦੇਖਿਆ ਤਾਂ ਉਹ ਰੋ ਪਈ। ਕਹਿੰਦੀ, ਭੂਆ ਤੂੰ ਇਸ ਹਾਲਤ ਵਿੱਚ? ਟੁੱਟੇ ਜਿਹੇ ਮੰਜੇ 'ਤੇ ਬਿਲਕੁਲ ਦੁਬਲੀ ਪਤਲੀ ਹੋਈ ਭੂਆ ਪਈ ਹੋਈ ਸੀ। ਕੀ ਹਾਲਤ ਹੋ ਗਈ ਭੂਆ ਦੀ? ਸ਼ਰਨ ਨੇ ਬਚਪਨ ਵਿੱਚ ਹੀ ਇਸ ਘਰ ਵਿੱਚ ਭੂਆ ਦਾ ਰੋਬ ਦੇਖਿਆ ਸੀ। ਅੱਜ ਉਹ ਇਸ ਕਮਰੇ ਵਿੱਚ ਫਿਰ ਭੂਆ ਨੂੰ ਇੱਕਦਮ ਖੰਘ ਆਈ ਤੇ ਸ਼ਰਨ ਕਹਿੰਦੀ, ਭੂਆ ਮੈਂ ਤੈਨੂੰ ਪਾਣੀ ਦਿੰਦੀ ਹਾਂ। ਇਹ ਕਹਿ ਕੇ ਉਹ ਕਮਰੇ ਵਿੱਚ ਪਾਣੀ ਲੱਭਣ ਲੱਗੀ ਤੇ ਉਸਨੇ ਦੇਖਿਆ ਕਿ ਮੰਜੇ ਦੇ ਨਾਲ ਹੀ ਘੜੇ ਵਿੱਚ ਪਾਣੀ ਦੇ ਉੱਪਰ ਗਲਾਸ ਪਿਆ ਸੀ। ਫਿਰ ਸ਼ਰਨ ਨੇ ਘੜੇ ਵਿੱਚੋਂ ਗਲਾਸ ਪਾਣੀ ਦਾ ਭਰ ਕੇ ਭੂਆ ਨੂੰ ਆਪਣੇ ਸਹਾਰੇ ਦੇ ਨਾਲ ਉਠਾਇਆ ਤੇ ਪਾਣੀ ਪਿਆਇਆ। ਪਾਣੀ ਪੀ ਕੇ ਭੂਆ ਫਿਰ ਲੰਮੀ ਪੈ ਗਈ। ਹੁਣ ਭੂਆ ਦੀ ਨਜ਼ਰ ਵੀ ਘਟ ਗਈ ਸੀ ਤੇ ਉਸਨੇ ਪੁੱਛਿਆ, ਤੂੰ ਕੌਣ ਹੈ? ਅੱਗੋਂ ਸ਼ਰਨ ਕਹਿੰਦੀ, ਭੂਆ ਮੈਂ ਸ਼ਰਨ ਹਾਂ। ਭੂਆ ਤੇਰੀ ਆਹ ਹਾਲਤ, ਤੂੰ ਇਸ ਕਮਰੇ ਵਿੱਚ? ਮੈਂ ਹੁਣੇ ਹੀ ਅੰਕਲ ਨਾਲ ਗੱਲ ਕਰਦੀ ਹਾਂ। ਰੁਕ ਸ਼ਰਨ, ਤੂੰ ਕਿਸੇ ਨਾਲ ਕੁਝ ਗੱਲ ਨਾ ਕਰੀ। ਮੈਂ ਆਪਣੇ ਕਰਮਾਂ ਦਾ ਫਲ ਭੋਗ ਰਹੀ ਹਾਂ। ਚੰਗਾ ਹੈ ਇਸ ਜਨਮ ਵਿੱਚ ਹੀ ਭੋਗ ਲਵਾਂ। ਤੂੰ ਇਹੋ ਜਿਹਾ ਕੀ ਕੀਤਾ ਹੈ ਭੂਆ? ਮੈਂ ਜਿਉਂਦੇ ਜੀ ਆਪਣਾ ਘਰ ਛੱਡ ਕੇ ਆਪਣੇ ਸਪੇਕੇ ਆਈ, ਸਿਰਫ ਆਪਣੇ ਹੰਕਾਰ ਕਰਕੇ। ਪਰ ਸ਼ਰਨ ਦੇ ਸਮਝ ਵਿੱਚ ਕੁਝ ਵੀ ਨਹੀਂ ਆ ਰਿਹਾ ਸੀ। ਵੱਡੀ ਭੂਆ ਫਿਰ ਕਹਿੰਦੀ, ਸ਼ਰਨ ਮੈਂ ਆਪਦੇ ਪਿਓ ਦੀ ਬਹੁਤ ਲਾਡਲੀ ਸੀ। ਜਿਸ ਸਮੇਂ ਲੋਕ ਆਪਣੀਆਂ ਕੁੜੀਆਂ ਨੂੰ ਘਰੋਂ ਬਾਹਰ ਨਹੀਂ ਜਾਣ ਦਿੰਦੇ ਸੀ, ਉਸ ਸਮੇਂ ਮੇਰੇ ਪਿਓ ਨੇ ਮੈਨੂੰ ਪੜ੍ਹਾਇਆ ਸੀ, ਘੋੜ ਸਵਾਰੀ ਤੇ ਨਿਸ਼ਾਨੇਬਾਜ਼ੀ ਵੀ ਸਿਖਾਈ ਸੀ। ਮੈਂ ਫਰਾਟੇਦਾਰ ਅੰਗਰੇਜ਼ੀ ਬੋਲਦੀ ਸੀ। ਮੈਨੂੰ ਸਭ ਕੁਝ ਸਿਖਾਇਆ ਸੀ, ਪਰ ਵਿਆਹ ਤੋਂ ਬਾਅਦ ਘਰ ਵਿੱਚ ਕਿਵੇਂ ਰਹਿਣਾ ਹੈ ਇਹ ਨਹੀਂ ਸਿਖਾਇਆ ਸੀ। ਮੈਂ ਬਹੁਤ ਜਿੱਦੀ ਤੇ ਘਮੰਡੀ ਸੀ। ਮੇਰੇ ਪਿਓ ਨੇ ਮੈਨੂੰ ਬਹੁਤ ਦਾਜ ਦਿੱਤਾ ਸੀ, ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਦਿੱਤੀਆਂ ਸੀ, ਬਸ ਮੈਨੂੰ ਸੰਸਕਾਰ ਦੇਣੇ ਹੀ ਭੁੱਲ ਗਏ। ਇੱਕ ਦਿਨ ਮੇਰੇ ਸਹੁਰੇ ਨੇ ਮੇਰੇ ਕਮਰੇ ਵਿੱਚੋਂ ਟਾਈਮ ਪੀਸ ਜੋ ਮੇਰੇ ਪਿਓ ਨੇ ਮੈਨੂੰ ਬਾਹਰਲੇ ਦੇਸ਼ੋਂ ਮੰਗਵਾ ਕੇ ਦਿੱਤਾ ਸੀ, ਲਾ ਕੇ ਬੈਠਕ ਵਿੱਚ ਲਗਾ ਦਿੱਤਾ। ਫਿਰ ਕੀ ਸੀ? ਮੈਂ ਨਾ ਆਸਾ ਦੇਖਿਆ ਨਾ ਪਾਸਾ। ਇਹ ਦੇਖਿਆ ਕਿ ਉਸ ਟਾਈਮ ਉੱਥੇ ਕਿੰਨੇ ਜਾਣੇ ਖੜ੍ਹੇ ਸੀ। ਬਾਹਰ ਜਾ ਕੇ ਆਪਣਾ ਟਾਈਮ ਪੀਸ ਲਾ ਲਿਆ ਤੇ ਉਹਨਾਂ ਨੂੰ ਸਾਰਿਆਂ ਦੇ ਸਾਹਮਣੇ ਭਿਖਾਰੀ ਕਿਹਾ। ਮੇਰੇ ਘਰ ਵਾਲੇ ਨੇ ਮੈਨੂੰ ਮਾफ़ੀ ਮੰਗਣ ਲਈ ਕਿਹਾ, ਪਰ ਮੈਂ ਆਪਣੇ ਹੰਕਾਰ ਵਿੱਚ ਸੀ। ਮੈਨੂੰ ਬਹੁਤ ਮਾਣ ਸੀ ਆਪਣੇ ਪਿਓ ਦੇ ਪੈਸਿਆਂ 'ਤੇ।
ਮੈਨੂੰ ਝੁਕਣ ਨਾਲੋਂ ਉਸ ਘਰ ਨੂੰ ਛੱਡਣਾ ਹੀ ਠੀਕ ਲੱਗਿਆ ਤੇ ਮੈਂ ਉਸ ਘਰ ਨੂੰ ਛੱਡ ਕੇ ਹਮੇਸ਼ਾ ਲਈ ਆਪਣੇ ਇਸ ਘਰ ਵਿੱਚ ਆ ਗਈ। ਇੱਕ ਦੋ ਵਾਰ ਉਹਨਾਂ ਨੇ ਸੁਨੇਹੇ ਵੀ ਭੇਜੇ, ਪਰ ਬਾਅਦ ਵਿੱਚ ਉਹਨਾਂ ਨੇ ਸੁਨੇਹੇ ਭੇਜਣੇ ਵੀ ਬੰਦ ਕਰ ਦਿੱਤੇ। ਉਹਨਾਂ ਨੇ ਆਪਣੇ ਮੁੰਡੇ ਦਾ ਦੂਜਾ ਵਿਆਹ ਕਰ ਦਿੱਤਾ। ਜੇ ਮੈਂ ਅੱਜ ਆਪਣੇ ਘਰ ਵਿੱਚ ਹੁੰਦੀ ਤਾਂ ਦੋਹਤਿਆਂ ਪੋਤਿਆਂ ਵਾਲੀ ਹੁੰਦੀ, ਮੇਰੀ ਵੀ ਇੱਜ਼ਤ ਹੁੰਦੀ। ਜਦੋਂ ਤੱਕ ਮੇਰੇ ਪਿਓ ਤੇ ਮੇਰੇ ਭਰਾ ਦੀ ਚੱਲੀ, ਉਦੋਂ ਤੱਕ ਮੇਰੀ ਵੀ ਇਸ ਘਰ ਵਿੱਚ ਚੱਲੀ। ਪਰ ਹੁਣ ਭਤੀਜਿਆਂ ਦਾ ਰਾਜ ਹੈ। ਅੱਜ ਕੱਲ੍ਹ ਤਾਂ ਕੋਈ ਆਪਣੇ ਮਾਂ ਪਿਓ ਨੂੰ ਨਹੀਂ ਪੁੱਛਦਾ ਤੇ ਮੈਂ ਕੀ ਚੀਜ਼ ਹਾਂ। ਜਦੋਂ ਦੀ ਬਿਮਾਰ ਹੋਈ ਹਾਂ ਤਾਂ ਇਸ ਕਮਰੇ ਵਿੱਚ ਸੁੱਟ ਦਿੱਤਾ ਤੇ ਕਹਿੰਦੇ ਆ ਕਿ ਬਿਮਾਰੀ ਫੈਲ ਜਾਏਗੀ। ਤੇ ਵੱਡੀ ਭੂਆ ਫਿਰ ਖੰਘਣ ਲੱਗ ਗਈ। ਸ਼ਰਨ ਸੁੰਨ ਹੋ ਗਈ। ਭੂਆ ਦੀਆਂ ਗੱਲਾਂ ਸੁਣ ਕੇ ਕੀ ਕਹਿੰਦੀ ਤੇ ਚੁੱਪ ਕਰਕੇ ਵਾਪਸ ਘਰ ਆ ਗਈ। ਸ਼ਾਮ ਨੂੰ ਸਾਰੇ ਵਿਆਹ ਵਾਲੇ ਘਰ ਗਏ, ਪਰ ਸ਼ਰਨ ਦਾ ਦਿਮਾਗ ਕਿਤੇ ਹੋਰ ਹੀ ਘੁੰਮ ਰਿਹਾ ਸੀ। ਤੇ ਰਾਤ ਨੂੰ ਸੁੱਤੀ ਤਾਂ ਉਸਨੂੰ ਸੁਪਨਾ ਆਇਆ ਕਿ ਉਹ ਵੀ ਵੱਡੀ ਭੂਆ ਦੀ ਤਰ੍ਹਾਂ ਇੱਕ ਪਾਸੇ ਮੰਜੇ ਤੇ ਪਈ ਖੰਘ ਰਹੀ ਹੈ ਤੇ ਪਾਣੀ ਪਾਣੀ ਕਰ ਰਹੀ ਸੀ। ਤਾਂ ਸ਼ਰਨ ਦੀ ਜਾਗ ਖੁੱਲ੍ਹ ਗਈ ਤੇ ਉਹ ਪਸੀਨੋ ਪਸੀਨੀ ਹੋ ਗਈ। ਕੋਲ ਪਈ ਮੰਮੀ ਕਹਿੰਦੀ, ਕੀ ਹੋਇਆ ਸ਼ਰਨ, ਕੋਈ ਸੁਪਨਾ ਵੇਖ ਲਿਆ? ਉਸ ਦੀ ਮੰਮੀ ਉਸਨੂੰ ਪਾਣੀ ਦੇ ਕੇ ਕਹਿੰਦੀ, ਨਹੀਂ। ਉਹ ਅਜੇ ਵੀ ਆਪਣਾ ਪਸੀਨਾ ਪੂੰਝ ਰਹੀ ਸੀ। ਤਾਂ ਉਸ ਦੀ ਮੰਮੀ ਕਹਿੰਦੀ, ਸ਼ਰਨ ਤੂੰ ਆਪਣਾ ਸਮਾਨ ਸਟੋਰ ਵਿੱਚ ਰੱਖ ਲਾ, ਕਿਉਂਕਿ ਤੂੰ ਹੁਣ ਹਮੇਸ਼ਾ ਇੱਥੇ ਹੀ ਰਹਿਣਾ ਹੈ। ਤੈਨੂੰ ਵੀ ਅਲੱਗ ਕਮਰਾ ਚਾਹੀਦਾ ਹੈ। ਮੈਂ ਸਟੋਰ ਸਾਫ਼ ਕਰ ਦਿੱਤਾ। ਅੱਜ ਤੋਂ ਬਾਅਦ ਤੂੰ ਉਸ ਕਮਰੇ ਵਿੱਚ ਹੀ ਰਹੇਗੀ। ਉਹ ਆਪਦੀ ਮੰਮੀ ਦੀ ਇਹ ਗੱਲ ਸੁਣ ਕੇ ਹੈਰਾਨ ਹੋ ਗਈ ਤੇ ਸੋਚਣ ਲੱਗੀ, ਕਿੱਥੇ ਉਸਦਾ ਏਸੀ ਰੂਮ ਤੇ ਕਿੱਥੇ ਸਟੋਰ। ਉਸਨੂੰ ਆਪਣਾ ਸੁਪਨਾ ਸੱਚਾ ਹੁੰਦਾ ਦਿਸ ਰਿਹਾ ਸੀ। ਸ਼ਰਨ ਨੂੰ ਆਪਣੀ ਮੰਮੀ ਤੋਂ ਇਹ ਉਮੀਦ ਨਹੀਂ ਸੀ ਤੇ ਉਸਦੀਆਂ ਅੱਖਾਂ ਭਰ ਆਈਆਂ ਤੇ ਹੁਣ ਉਸਨੂੰ ਆਪਣੀਆਂ ਗਲਤੀਆਂ ਯਾਦ ਆ ਰਹੀਆਂ ਸੀ ਤੇ ਸੋਚਣ ਲੱਗੀ, ਉਸ ਦਿਨ ਵੀ ਰਣਦੀਪ ਮੈਨੂੰ ਸਮਝਾ ਹੀ ਰਿਹਾ ਸੀ। ਉਸਨੂੰ ਇਹ ਗੱਲ ਵਾਰ-ਵਾਰ ਯਾਦ ਆ ਰਹੀ ਸੀ। ਉਸਨੂੰ ਰਣਦੀਪ ਵੀ ਬਹੁਤ ਯਾਦ ਆ ਰਿਹਾ ਸੀ ਤੇ ਆਪਣਾ ਘਰ ਵੀ। ਫਿਰ ਉਸਨੇ ਆਪਣਾ ਫੋਨ ਚੱਕਿਆ ਤੇ ਦੇਖਿਆ ਉਸਦੇ ਰਣਦੀਪ ਦੀਆਂ ਬਹੁਤ ਮਿਸ ਕਾਲਾਂ ਆਈਆਂ ਹੋਈਆਂ ਸੀ ਜੋ ਉਸਨੇ ਗੁੱਸੇ ਵਿੱਚ ਨਹੀਂ ਚੁੱਕਿਆ ਸੀ। ਫਿਰ ਉਸਨੇ ਹਿੰਮਤ ਕਰਕੇ ਫੋਨ ਕੀਤਾ ਤੇ ਅੱਗੋਂ ਰਣਦੀਪ ਬੋਲਿਆ, ਕਹਿੰਦਾ, ਸ਼ਰਨ ਮੈਨੂੰ ਮਾਫ਼ ਕਰ ਦੇ। ਤੇ ਸ਼ਰਨ ਕੋਈ ਇਸ ਤਰ੍ਹਾਂ ਘਰ ਛੱਡ ਕੇ ਜਾਂਦਾ ਹੈ? ਮੈਨੂੰ ਮਾਫ਼ ਕਰ ਦੇ ਤੇ ਘਰ ਵਾਪਸ ਆ ਜਾ। ਮੈਨੂੰ ਤੇ ਇਸ ਘਰ ਨੂੰ ਤੇਰੀ ਬਹੁਤ ਜ਼ਰੂਰਤ ਹੈ। ਰਣਦੀਪ ਦੀ ਇਹ ਗੱਲ ਸੁਣ ਕੇ ਸ਼ਰਨ ਰੋਣ ਲੱਗ ਗਈ। ਬਹੁਤ ਚਿਰ ਰੋਂਦੀ ਰਹੀ। ਫਿਰ ਆਉਣ ਦਾ ਵਾਅਦਾ ਕਰਕੇ ਫੋਨ ਕੱਟ ਦਿੱਤਾ ਤੇ ਫਿਰ ਉਸਨੇ ਸੋਚਿਆ ਕਿ ਹੁਣ ਉਹ ਵੱਡੀ ਭੂਆ ਨਹੀਂ ਬਣੇਗੀ ਤੇ ਜਾ ਕੇ ਆਪਣੀ ਮੰਮੀ ਨੂੰ ਕਹਿੰਦੀ, ਮੰਮੀ ਮੈਂ ਆਪਣੇ ਘਰੇ ਵਾਪਸ ਚੱਲੀ ਹਾਂ। ਤਾਂ ਅੱਗੋਂ ਸ਼ਰਨ ਦੀ ਮੰਮੀ ਕਹਿੰਦੀ, ਨਹੀਂ ਸ਼ਰਨ ਤੂੰ ਹੁਣ ਵਾਪਸ ਨਹੀਂ ਜਾਏਗੀ। ਹੁਣ ਸੋਚ ਲਾ, ਫਿਰ ਨਾ ਕਹੀਂ। ਤੇ ਸ਼ਰਨ ਦੀ ਮੰਮੀ ਦੇ ਚਿਹਰੇ ਤੇ ਹਲਕੀ ਜਿਹੀ ਮੁਸਕਰਾਹਟ ਆ ਗਈ ਜਿਸ ਨੂੰ ਸ਼ਰਨ ਦੇਖ ਹੀ ਨਾ ਸਕੀ। ਨਹੀਂ ਮੰਮੀ ਮੈਂ ਚੱਲੀ ਹਾਂ ਆਪਣੇ ਘਰ, ਉਹ ਮੇਰਾ ਘਰ ਹੈ। ਚੱਲ ਠੀਕ ਹੈ, ਮੈਂ ਤਾਂ ਤੈਨੂੰ ਕੁਝ ਨਹੀਂ ਕਹਿੰਦੀ। ਤੇ ਉਸਦੀ ਮੰਮੀ ਮੁਸਕਰਾਉਂਦੀ ਹੋਈ ਨਹਾਉਣ ਚਲੀ ਗਈ। ਫਿਰ 2 ਘੰਟੇ ਬਾਅਦ ਸ਼ਰਨ ਨੇ ਬੱਸ ਸਟੈਂਡ ਤੱਕ ਜਾਣ ਲਈ ਰਿਕਸ਼ੇ ਵਾਲੇ ਨੂੰ ਬੁਲਾਇਆ। ਫਿਰ ਉਸਦੀ ਮੰਮੀ ਨੇ ਬਹੁਤ ਚੀਜ਼ਾਂ ਸ਼ਰਨ ਨੂੰ ਦਿੱਤੀਆਂ ਤੇ ਸ਼ਰਨ ਆਪਣੀ ਮੰਮੀ ਤੇ ਭਾਬੀ ਨੂੰ ਮਿਲ ਕੇ ਚਲੀ ਗਈ। ਥੋੜ੍ਹੀ ਦੂਰ ਗਈ ਤਾਂ ਉਸਨੂੰ ਯਾਦ ਆਇਆ ਕਿ ਮੇਰਾ ਮੋਬਾਈਲ ਘਰੇ ਰਹਿ ਗਿਆ ਹੈ। ਉਹ ਵਾਪਸ ਆਪਣੇ ਘਰ ਫੋਨ ਲੈਣ ਆਈ। ਜਦੋਂ ਘਰ ਆਈ ਤਾਂ ਅੰਦਰੋਂ ਆਉਂਦੀਆਂ ਆਵਾਜ਼ਾਂ ਨੇ ਉਸ ਨੂੰ ਰੋਕ ਲਿਆ। ਸ਼ਰਨ ਦੀ ਮੰਮੀ ਤੇ ਤਿੰਨੇ ਭਾਬੀਆਂ ਅੰਦਰ ਬੈਠੀਆਂ ਹੱਸ ਰਹੀਆਂ ਸੀ। ਛੋਟੀ ਭਾਬੀ ਕਹਿੰਦੀ, ਮੰਨ ਗਏ ਮੰਮੀ ਤੁਹਾਨੂੰ, ਤੁਸੀਂ ਚੰਗਾ ਸਬਕ ਸਿਖਾਇਆ ਦੀਦੀ ਨੂੰ। ਸਭ ਤੋਂ ਮੁਸ਼ਕਿਲ ਰੋਲ ਤਾਂ ਪਾਪਾ ਦਾ ਸੀ। ਵਿਚਾਰੇ 2 ਦਿਨ ਬੈੱਡ ਤੇ ਹੀ ਪੈ ਰਹੇ। ਕੀ ਕਰਦੀ? ਜੇ ਤੇਰੇ ਪਾਪਾ ਦਾ ਵੱਸ ਚੱਲਦਾ ਤਾਂ ਉਹ ਆਪਣੀ ਲਾਡਲੀ ਧੀ ਨੂੰ ਸਭ ਕੁਝ ਪਹਿਲੇ ਦਿਨ ਹੀ ਦੱਸ ਦਿੰਦੇ ਤੇ ਉਹ ਕਦੇ ਵੀ ਵਾਪਸ ਨਾ ਜਾਂਦੀ। ਇਸ ਲਈ ਉਸਨੂੰ ਪਾਪਾ ਤੋਂ ਦੂਰ ਰੱਖਣਾ ਹੀ ਠੀਕ ਸੀ। ਮੈਂ ਸ਼ਰਨ ਨੂੰ ਜਾਣਦੀ ਹਾਂ, ਉਹ ਬਹੁਤ ਜਿੱਦੀ ਹੈ। ਜਦੋਂ ਤੱਕ ਉਸ ਨੂੰ ਸਭ ਕੁਝ ਸ਼ੀਸ਼ੇ ਦੀ ਤਰ੍ਹਾਂ ਨਾ ਦਿਖਾਓ ਤਾਂ ਉਹ ਕੁਝ ਨਹੀਂ ਸਮਝਦੀ। ਇਸ ਲਈ ਪੇਕਿਆਂ ਦਾ ਇਹ ਵੀ ਰੂਪ ਵੀ ਵਿਖਾਉਣਾ ਜ਼ਰੂਰੀ ਸੀ। ਇੱਕ ਦਿਨ ਵਿੱਚ 2 ਚੁੱਲ੍ਹੇ ਬਣਾਉਣਾ ਤੇ ਇੱਕ ਦੂਸਰੇ ਨਾਲ ਲੜਨਾ, ਇਹ ਵੀ ਤਾਂ ਆਪਣੀ ਚਾਲ ਹੀ ਸੀ। ਪਰ ਆਪਾਂ ਸਾਰਿਆਂ ਨੇ ਸ਼ਰਨ ਦੀਦੀ ਨਾਲ ਠੀਕ ਨਹੀਂ ਕੀਤਾ। ਤਾਂ ਦੂਜੀ ਭਾਬੀ ਕਹਿੰਦੀ, ਕਈ ਵਾਰ ਬੱਚੇ ਛੋਟੇ ਹੁੰਦੇ ਆ ਤਾਂ ਕੌੜੀ ਦਵਾਈ ਦੇਣ ਲਈ ਉਸ ਦਾ ਨੱਕ ਬੰਦ ਵੀ ਕਰਨਾ ਪੈਂਦਾ ਹੈ, ਪਰ ਉਹ ਉਸ ਦੇ ਫਾਇਦੇ ਲਈ ਹੀ ਹੁੰਦਾ ਹੈ। ਕੋਈ ਗੱਲ ਨਹੀਂ,
ਸ਼ਰਨ ਦੀਦੀ ਨੂੰ ਰੱਖੜੀ ਤੇ ਬੁਲਾ ਲਵਾਂਗੇ, ਪਰ ਹੁਣ ਉਸ ਦੀ ਅਕਲ ਟਿਕਾਣੇ ਆ ਗਈ ਹੈ। ਹੁਣ ਉਹ ਆਪਣੇ ਸਹੁਰੇ ਵਧੀਆ ਰਹੇਗੀ। ਉਸ ਦੀ ਮੰਮੀ ਕਹਿੰਦੀ ਜੇ ਮੈਂ ਉਸ ਨੂੰ ਪਹਿਲਾਂ ਇਹ ਸਭ ਕੁਝ ਸਮਝਾਉਂਦੀ ਤਾਂ ਉਹ ਮੈਨੂੰ ਆਪਣੀ ਦੁਸ਼ਮਣ ਸਮਝਦੀ। ਪਰ ਹੁਣ ਸਭ ਕੁਝ ਠੀਕ ਹੈ। ਪਰ ਇੱਕ ਗੱਲ ਸਮਝ ਨਹੀਂ ਆਈ, ਅਜੇ ਤਾਂ ਦੂਜਾ ਹੀ ਦਿਨ ਸੀ ਤੇ ਸ਼ਰਨ ਇੰਨੀ ਜਲਦੀ ਕਿਵੇਂ ਚਲੀ ਗਈ। ਵੱਡੀ ਭਾਬੀ ਨੇ ਕਿਹਾ ਤਾਂ ਸ਼ਰਨ ਦੀਆਂ ਅੱਖਾਂ ਭਰ ਆਈਆਂ। ਪਰ ਸ਼ਰਨ ਨੂੰ ਤਾਂ ਆਪਣੀ ਗਲਤੀ ਦਾ ਅਹਿਸਾਸ ਪਹਿਲਾਂ ਹੀ ਹੋ ਚੁੱਕਿਆ ਸੀ। ਪਰ ਉਸ ਦੇ ਪੇਕਿਆਂ 'ਤੇ ਸਭ ਕੁਝ ਠੀਕ ਹੈ, ਇਹ ਗੱਲ ਨਾਲ ਉਸ ਨੂੰ ਬਹੁਤ ਸਕੂਨ ਮਿਲਿਆ। ਓਨੀ ਦੇਰ ਨੂੰ ਉਸ ਦੇ ਪਰਸ ਵਿੱਚ ਮੋਬਾਈਲ 'ਤੇ ਫੋਨ ਆ ਗਿਆ। ਉਸ ਨੇ ਪਰਸ ਵਿੱਚ ਹੱਥ ਮਾਰਿਆ ਤਾਂ ਫੋਨ ਉਸ ਦੇ ਪਰਸ ਵਿੱਚ ਹੀ ਸੀ। ਜਦੋਂ ਫੋਨ ਚੱਕਿਆ, ਰਣਦੀਪ ਕਹਿੰਦਾ, ਸ਼ਰਨ ਤੂੰ ਕਿੰਨੇ ਵਜੇ ਵਾਲੀ ਬੱਸ 'ਤੇ ਆ ਰਹੀ ਹੈ? ਰਣਦੀਪ ਮੈਂ ਤੈਨੂੰ ਦੱਸ ਦਿਆਂਗੀ। ਇੰਨਾ ਕਹਿ ਕੇ ਉਹ ਵਾਪਸ ਰਿਕਸ਼ੇ 'ਤੇ ਬੈਠ ਗਈ ਤੇ ਵਾਪਸ ਆਪਣੇ ਸਹੁਰੇ ਚਲੀ ਗਈ। ਤਾਂ ਸਾਨੂੰ ਕਦੇ ਵੀ ਆਪਣੀਆਂ ਧੀਆਂ ਨੂੰ ਗਲਤ ਗੱਲ ਵਿੱਚ ਸਪੋਰਟ ਨਹੀਂ ਕਰਨੀ ਚਾਹੀਦੀ। ਇਸ ਤਰ੍ਹਾਂ ਕਰਕੇ ਆਪਾਂ ਖੁਦ ਆਪਣੀ ਧੀ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਹਾਂ ਤੇ ਨਾ ਹੀ ਵਾਰ-ਵਾਰ ਫੋਨ ਕਰਕੇ ਉਹਨਾਂ ਦੇ ਘਰੇਲੂ ਮਸਲਿਆਂ ਬਾਰੇ ਪੁੱਛਣਾ ਚਾਹੀਦਾ ਹੈ। ਤਾਂ ਦੋਸਤੋ, ਇਹ ਸੀ ਆਪਣੀ ਅੱਜ ਦੀ ਕਹਾਣੀ। ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਿਓ। ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਤਾਂ ਮਿਲਦੇ ਹਾਂ ਜੀ ਕਿਸੇ ਅਗਲੀ ਕਹਾਣੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਧੰਨਵਾਦ ਦੋਸਤੋ।